ਸਤਿਕਾਰਯੋਗ ਕਿਸਾਨ ਭੈਣੋਂ ਭਰਾਵੋ ਨੌਜਵਾਨों ਬਜ਼ੁਰਗੋ ਆਪਣਾ ਅੰਦੋਲਨ ਅੱਜ बहुत ही निर्णायक मोड़ ਵੱਲ ਨੂੰ ਅੱਗੇ ਵਧ ਰਿਹਾ है। बहुत ही ਲਾਮਿਸਾਲ ਸਮਰਥਨ ਖਾਸ ਕਰਕੇ 26 ਜਨਵਰੀ ਦੀ ਪਰੇਡ ਦੀਆਂ ਜੋ ਕਮਾਲ ਦੀਆਂ ਤਿਆਰੀਆਂ ਸਾਡੇ ਨੌਜਵਾਨਾਂ ਨੇ ਵਿੱਢੀਆਂ ਨੇ ਉਹਦਾ ਮਿਲ ਰਿਹਾ ਹੈ ਤੇ ਇਹ ਸਾਰੀਆਂ ਰਿਪੋਰਟਾਂ ਬਹੁਤ ਕਮਾਲ ਦੀਆਂ ਉਤਸ਼ਾਹਜਨਕ ਨੇ ਸਾਡੇ ਵਾਸਤੇ ਤੇ ਦੂਜੇ ਪਾਸੇ ਸ਼ਾਇਦ ਇਹਨਾਂ ਰਿਪੋਰਟਾਂ ਦਾ ਹੀ ਡਰ ਇਹਨਾਂ ਰਿਪੋਰਟਾਂ ਦਾ ਹੀ ਇੱਕ ਦਬਾਅ ਉਹ ਸਰਕਾਰ ਦੇ ਉੱਤੇ ਵੀ ਨਜ਼ਰ ਆ ਰਿਹਾ ਹੈ। एक पासे दिल्ली पुलिस गलबात कर रही है साडे आगूआं दे नाल रूट मैप बारे ते होर सारी ताकि ये प्रोग्राम जिहड़ा ये शांतमई हो सके जिवें असीं कहा है। दूजे पासे सरकार भी अपनी गलबात दे विच पहलां नालों कुछ ढिल्ली पैंदी कुछ लिफदी नज़र आई है। कल साडे आगूआं दे सामने सरकार ने जो प्रपोजल रखे सो वो बड़े साडे वास्ते ध्यान देण योग प्रपोजल ने। इस करके ध्यान देण योग ने क्योंकि जदों भी गलबात दे विच कोई भी नवीं चीज़ आवे वो साडे वास्ते ध्यान देण योग हुंदी है। जरूरी नहीं असीं उन्हां नूं मन्नीए लेकिन वो साडे सामने जो टेबल दे दूजे पासे बैठे अफसर ने मंत्री ने सरकार है वो उन्हां दी मनशा उन्हां दी जोड़ तोड़ वो किवें सोच रहे ने चीज़ां बारे इहदे बारे सानूं बहुत कुछ दस जांदा है। सो मैनूं लगदा है कि फैसला तां जथेबंदियां दी सांझी कमेटियां ने जो साडे आगूआं ने लैणा है ਅਸੀਂ ਉਸੇ ਫੈਸਲੇ ਤੇ ਫੁੱਲ ਚੜਾਉਣੇ ਨੇ। ਉਹ ਫੈਸਲਾ ਬੜੇ ਤਰੀਕੇ ਨਾਲ ਲਿਆ ਜਾਂਦਾ ਸਾਡੇ ਇੱਥੇ ਬਹੁਤ ਵਧੀਆ ਤਰੀਕਾ ਬਣ ਚੁੱਕਿਆ ਹੁਣ ਤਾਂ ਸਾਡੀਆਂ ਜਥੇਬੰਦੀਆਂ ਬੈਠਦੀਆਂ ਨੇ ਪੂਰੇ ਇੱਕ ਇੱਕ ਦਲੀਲ ਦੇ ਉੱਤੇ ਗੱਲ ਹੁੰਦੀ ਹੈ। ਸੋ ਸੰਗਤ ਸਾਡੇ ਲੋਕ ਸਾਡੀਆਂ ਟਰਾਲੀਆਂ ਦੇ ਵਿੱਚ ਬੈਠੀ ਜਨਤਾ ਸਾਡੇ ਧੂਣੀਆਂ ਦੇ ਉੱਤੇ ਰਾਤ ਨੂੰ ਬੈਠ ਕੇ ਚੱਲਦੀਆਂ ਵਿਚਾਰਾਂ ਚਰਚਾਵਾਂ ਉਹਨਾਂ ਵਿਚਾਰਾਂ ਚਰਚਾਵਾਂ ਦੇ ਵਾਸਤੇ ਇਸ ਮਸਲੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਨੂੰ ਸਮਝਾਂਗੇ ਤਾਂ ਕਿ ਅਸੀਂ ਸਾਰਾ ਲੁਕਾਈ ਸਾਰਾ ਇਕੱਠ ਸਾਰਾ ਪੰਜਾਬ ਸਾਰਾ ਹਰਿਆਣਾ ਸਾਰਾ ਯੂਪੀ ਆਪਾਂ ਰਲ ਕੇ ਕਿਸੇ ਫੈਸਲੇ ਦੇ ਉੱਤੇ ਜ਼ਰੂਰ ਪਹੁੰਚੀਏ। ਫਿਰ ਹੀ ਉਹ ਫੈਸਲਾ ਜਿਹੜਾ ਹੈਗਾ ਉਹ ਸਾਡਾ ਫੈਸਲਾ ਹੋਏਗਾ। ਫਿਰ ਹੀ ਉਹ ਫੈਸਲਾ ਜਿਹੜਾ ਹੈਗਾ ਉਹ ਇੱਕ ਅਸਲੀ ਅਸੀਂ ਸੋਚਿਆ ਸਮਝਿਆ ਸਾਡੇ ਅੰਦੋਲਨ ਦਾ ਅਗਲਾ ਸਟੈਪ ਹੋਏਗਾ। ਇਸ ਨੁਕਤਾ ਨਿਗਾਹ ਤੋਂ ਮੈਨੂੰ ਲੱਗਿਆ ਕਿ ਕੁਝ ਸਵਾਲ ਜਿਹੜੇ ਨੇ ਉਹਨਾਂ ਦੇ ਰੂਪ ਦੇ ਵਿੱਚ ਇਸ ਮਾਮਲੇ ਨੂੰ ਖੋਲ੍ਹ ਲਈਏ ताकि आप किसी नतीजे ते आपदे वास्ते सोचण वास्ते एक खुराक वजों ही मैं ये नुकते जिहड़े वो देना चाहुंदा। ये कोई फैसला या अपने कोई सुझाव हाले मैं नहीं दे रहा क्योंकि वो उही होएगा जो साडी फाइनल सारे आगू आपां रल के फैसला करांगे। सो उहदे नुकता निगाह तो मैनूं लगदा कि जे पहलां सरकार दी प्रपोजल सुणीए की है। सरकार कह रही है कि असीं 1.5 साल लई इस ਤਿੰਨੋਂ ਕਾਨੂੰਨਾਂ ਦੀ ਕਾਰਵਾਈ ਨੂੰ ਸਸਪੈਂਡ ਕਰ ਦਾਂਗੇ ਯਾਨੀ ਕਾਨੂੰਨ ਪਾਸ ਰਹਿਣਗੇ ਲੇਕਿਨ ਉਹਨਾਂ ਦਾ ਲਾਗੂ ਹੋਣਾ ਇੰਪਲੀਮੈਂਟੇਸ਼ਨ ਉਹ ਸਸਪੈਂਡ ਕਰ ਦਿੱਤੀ ਜਾਊਗੀ 1.5 ਸਾਲ ਲਈ। ਔਰ ਉਸ ਦੌਰਾਨ ਕੀ ਹੋਏਗਾ ਉਹ ਕਹਿੰਦੇ ਉਸ ਦੌਰਾਨ ਇੱਕ ਕਮੇਟੀ ਬਣੇਗੀ। ਉਹ ਕਮੇਟੀ ਜਿਹੜੀ ਹੈ ਉਹਦੇ 'ਚ ਕਿਸਾਨ ਆਗੂ ਵੀ ਸ਼ਾਮਲ ਹੋਣਗੇ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ ਤੇ ਉਹ ਕਮੇਟੀ ਰਲ ਕੇ ਜੋ ਉਹਨਾਂ ਦੇ ਕੱਲ੍ਹ ਨਰਿੰਦਰ ਤੋਮਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜ਼ੋਰ ਦੇ ਕੇ ਉਸਨੇ ਕਿਹਾ ਕਿ ਉਹ ਕਮੇਟੀ ਜਿਹੜੀ ਹੈ ਉਹ ਕਾਨੂੰਨਾਂ ਬਾਰੇ ਵੀ ਤੇ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਗੱਲ ਕਰੇਗੀ। ਸੋ ਇਹ ਉਹਨੇ ਜ਼ੋਰ ਦੇ ਕੇ ਕਿਹਾ। ਪੱਤਰਕਾਰਾਂ ਨੇ ਰਿਪੀਟ ਕੀਤਾ ਫਿਰ ਉਹਨਾਂ ਨੇ ਸਵਾਲ ਦੇ ਜਵਾਬ 'ਚ ਦੁਬਾਰਾ ਜ਼ੋਰ ਦੇ ਕੇ ਕਿਹਾ ਵੀ ਕਾਨੂੰਨਾਂ ਬਾਰੇ ਅਤੇ ਅੰਦੋਲਨ ਦੇ ਸਾਰੇ ਪਹਿਲੂਆਂ ਬਾਰੇ ਸੋ ਉਸ ਕਮੇਟੀ ਦੇ ਕੰਮ ਹੋਣਗੇ। ਤੇ ਉਹ ਜਿਹੜੀ ਕਾਨੂੰਨਾਂ ਦੇ ਉੱਤੇ ਇੰਪਲੀਮੈਂਟੇਸ਼ਨ ਤੇ 1.5 ਸਾਲ ਦੀ ਰੋਕ ਹੈ ਉਸ ਰੋਕ ਦੇ ਨਾਲ ਇੱਕ ਵਾਰ ਇਹ ਕਾਨੂੰਨ ਜਿਹੜੇ ਨੇ ਲਟਕ ਜਾਣਗੇ ऐसा होगा। दूजा जिहड़ा हैगा MSP का सवाल साडा हैगा उहदे बारे भी ये है कि वो भी इसे कमेटी दे विच MSP का कानून बनाने बारे चर्चा होएगी ते सरकार इस मुतलक एफीडेविट जिहड़ा हैगा वो कह रही है कि सुप्रीम कोर्ट दे विच दे देगी। सो आ है जो सरकार ने प्रपोजल आपां नूं दिता है। हुण गंभीरता नाल विचार तां हर प्रपोजल ते करना ही चाहिए है। हालांकि हाल दी घड़ी सब दी वोट सब दी मंशा यही है कानून रद्द और नवां MSP का कानून बनाया जाए। लेकिन प्रपोजल आया है जे ਅਸੀਂ ਉਸਨੂੰ ਰੱਦ ਵੀ ਕਰਦੇ ਹਾਂ ਤਾਂ ਸਾਡੇ ਕੋਲ ਕੀ ਦਲੀਲ ਹੋਣੀ ਚਾਹੀਦੀ ਹੈ ਉਸਨੂੰ ਰੱਦ ਕਰਨ ਦੀ ਤਾਂ ਕਿ ਐਸਾ ਨਾ ਹੋਵੇ ਕਿ ਅਸੀਂ ਫਿਰ ਤੋਂ ਸਾਨੂੰ ਜਿੱਦੀ ਕਿਹਾ ਜਾਵੇ। ਅਸੀਂ ਜਿੱਦੀ ਨਹੀਂ ਹਾਂ ਸਾਡੇ ਕੋਲ ਤਰਕ ਹੋਣੀਆਂ ਚਾਹੀਦੀਆਂ ਚੀਜ਼ਾਂ ਦੇ ਤੇ ਜੇ ਅਸੀਂ ਪ੍ਰਪੋਜ਼ਲ ਨੂੰ ਮੰਨਦੇ ਹਾਂ ਤਾਂ ਵੀ ਸਾਡੇ ਕੋਲ ਕੋਈ ਤਰਕ ਹੋਣੇ ਚਾਹੀਦੇ ਨੇ। ਸੋ ਕੀ ਤਰਕ ਹੋ ਸਕਦੇ ਮੰਨਣ ਦੇ ਕੀ ਤਰਕ ਹੋ ਸਕਦੇ ਨੇ ਨਾ ਮੰਨਣ ਦੇ ਮੈਨੂੰ ਲੱਗਦਾ ਮੈਂ ਸਿਰਫ ਇਸੇ ਦਾਇਰੇ ਦੇ ਵਿੱਚ ਕਿਸੇ ਫੈਸਲੇ ਤੇ ਨਾ ਪਹੁੰਚਦੇ ਹੋਏ ਗੱਲ ਕਰਾਂਗਾ। ਸਾਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਕਿ ਇੱਕ ਸਵਾਲ ਜਿਹੜਾ ਸੋਚਣ ਵਿਚਾਰਨ ਵਾਲਾ ਹੈ 1.5 ਸਾਲ ਲਈ ਸਸਪੈਂਸ਼ਨ ਹੋ ਜੂਗੀ ਜਾਂ ਵਧਾ ਕੇ ਸਰਕਾਰ 2 ਸਾਲ ਲਈ ਕਰ ਦੇਵੇ ਜਾਂ ਹੋਰ ਵਧਾ ਦੇਵੇ। ਸਸਪੈਂਸ਼ਨ ਤੋਂ ਬਾਅਦ ਕੀ ਹੋਏਗਾ? ਕੀ ਸਸਪੈਂਸ਼ਨ ਤੋਂ ਬਾਅਦ ਇਹ ਕਾਨੂੰਨ ਜਿਹੜੇ ਨੇ ਆਟੋਮੈਟਿਕਲੀ ਲਾਗੂ ਨਹੀਂ ਹੋਣਗੇ? ਬਿਲਕੁਲ ਹੋਣਗੇ ਕਿਉਂਕਿ ਐਫੀਡੇਵਿਟ ਸਿਰਫ ਇੰਨਾ ਹੀ ਕਹੇਗਾ ਕਿ ਅਸੀਂ ਕਿੰਨੀ ਦੇਰ ਲਈ ਇਹਨਾਂ ਨੂੰ ਲਾਗੂ ਨਹੀਂ ਕਰਾਂਗੇ। ਸੋ ਜਿੰਨੀ ਦੇਰ ਲਈ ਇਹਨਾਂ ਨੂੰ ਲਾਗੂ ਨਹੀਂ ਕਰਾਂਗੇ ਉਸ ਤੋਂ ਬਾਅਦ ਕੀ ਇਸ ਕਾਨੂੰਨੀ ਨੁਕਤੇ ਤੇ ਵਕੀਲਾਂ ਦੀ ਵੀ ਰਾਏ ਲੈਣੀ ਜਾਣੀ ਚਾਹੀਦੀ ਹੈ ਤੇ ਜੋ ਸਾਨੂੰ ਪੜ੍ਹ ਕੇ ਦੇਖਣ ਸਮਝ ਆ ਰਿਹਾ ਉਹ ਤਾਂ ਇਹੀ ਸਮਝ ਆ ਰਿਹਾ ਵੀ ਜਿੰਨੀ ਦੇਰ ਲਈ ਸਸਪੈਂਸ਼ਨ ਹੋਏਗੀ ਜਿਸ ਤਰੀਕ ਨੂੰ ਸਸਪੈਂਸ਼ਨ ਖਤਮ ਹੋ ਜਾਏਗੀ ਉਸ ਤਰੀਕ ਤੋਂ ਬਾਅਦ ਆਟੋਮੈਟਿਕਲੀ ਕਾਨੂੰਨ ਲਾਗੂ ਮੰਨੇ ਜਾਣਗੇ। ਸੋ ਇਹ
ਇਸ ਨੁਕਤੇ ਦੇ ਉੱਤੇ ਵਿਚਾਰ ਲੈਣਾ ਚਾਹੀਦਾ ਹੈ। ਦੂਜੀ ਚੀਜ਼ ਜਿਹੜੀ ਸਾਨੂੰ ਜਾਣਨ ਦੀ ਹੈ ਕਿ ਉਹ ਕਮੇਟੀ ਜਿਹੜੀ ਬਣਾਈ ਜਾਊਗੀ ਕਿ ਉਸਦੇ ਮੈਂਬਰ ਬਾਅਦ ਚੋਂ ਬਦਲੇ ਵੀ ਜਾ ਸਕਦੇ ਨੇ, ਕਿ ਜਿਹੜੇ ਮੈਂਬਰ ਅੱਜ ਐਜੀਟੇਸ਼ਨ ਦੇ ਜ਼ੋਰ ਦੇ ਉੱਤੇ ਉੱਥੇ ਸ਼ਾਮਲ ਕੀਤੇ ਜਾਣਗੇ ਇਹ ਤੌਖਲੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ। ਐਸਾ ਤਾਂ ਨਹੀਂ ਹੋਏਗਾ ਸਰਕਾਰ ਬਾਅਦ ਦੇ ਵਿੱਚੋਂ ਨਵੇਂ ਮੈਂਬਰ ਲੈ ਆਏਗੀ ਕਿ ਪੁਰਾਣੇ ਮੈਂਬਰ ਜਿਹੜੇ ਨੇ ਉਹ ਗੱਲ ਨਹੀਂ ਸੁਣ ਰਹੇ, ਕਮੇਟੀ ਦੇ ਵਿੱਚ ਠੀਕ ਬਿਹੇਵ ਨਹੀਂ ਕਰ ਰਹੇ, ਸੋ ਅਸੀਂ ਨਵੇਂ ਮੈਂਬਰਾਂ ਨੂੰ ਲੈ ਲੈਂਦੇ ਹਾਂ। ਸੋ ਨਵੇਂ ਮੈਂਬਰ ਪਾ ਕੇ ਜੇ ਪਿਛਲੀ ਕਮੇਟੀ ਦੇ ਵਿੱਚੋਂ ਕੁਝ ਮੈਂਬਰ ਕੱਢੇ ਜਾ ਸਕਦੇ ਨੇ ਤਾਂ ਨਵੀਂ ਦੇ ਵਿੱਚ ਪਾਏ ਵੀ ਜਾ ਸਕਦੇ ਨੇ। ਸੋ ਕੀ ਐਸਾ ਕੁਝ ਤਾਂ ਨਹੀਂ ਹੋਣ ਜਾ ਰਿਹਾ? ਇਹਦੇ ਬਾਰੇ ਵੀ ਕੋਈ ਨਾ ਕੋਈ ਵਿਚਾਰ ਚਰਚਾ ਜਿਹੜੀ ਹੈਗੀ ਹੋਣੀ ਚਾਹੀਦੀ ਹੈ, ਸਾਹਮਣੇ ਆਉਣੀ ਚਾਹੀਦੀ ਹੈ। ਇਸੇ ਤਰ੍ਹਾਂ ਇਹ ਵੀ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੀ ਇਹ ਕਮੇਟੀ ਹੈ ਉਹ ਜਦੋਂ ਇਹ ਕਹਿ ਰਹੇ ਨੇ ਕਿ ਕਾਨੂੰਨਾਂ ਬਾਰੇ ਤੇ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਬਾਰੇ, ਇਹ ਵੱਖ-ਵੱਖ ਪਹਿਲੂ ਕੀ ਨੇ ਅੰਦੋਲਨ ਦੇ? ਕਾਨੂੰਨ ਤਾਂ ਸਾਨੂੰ ਸਮਝ ਆਉਂਦਾ ਹੈ, 3 ਕਾਨੂੰਨ ਨੇ ਜਿਹੜੇ ਅਸੀਂ ਰੱਦ ਕਰਨ ਨੂੰ ਕਹਿ ਰਹੇ ਹਾਂ। 2 ਕਾਨੂੰਨ ਨੇ, ਇੱਕ ਕਾਨੂੰਨ ਹੈ ਜਿਹੜਾ ਅਸੀਂ ਜਿਹੜਾ ਹਾਲੇ ਕਾਨੂੰਨ ਬਣਿਆ ਨਹੀਂਗਾ ਉਸ ਨੂੰ ਕਹਿ ਰਹੇ ਹਾਂ ਕਿ ਨਾ ਬਣਾਇਓ, ਬਿੱਲ ਹੈ ਬਿਜਲੀ ਵਾਲਾ। ਇੱਕ ਕਾਨੂੰਨ ਹੈ ਜਿਹਦੇ 'ਚ ਅਸੀਂ ਅਮੈਂਡਮੈਂਟ ਦੀ ਗੱਲ ਕਰ ਰਹੇ ਹਾਂ, ਤੇ ਇੱਕ ਕਾਨੂੰਨ ਹੈ ਜਿਹੜਾ ਅਸੀਂ ਨਵਾਂ ਬਣਾਉਣ ਬਾਰੇ ਗੱਲ ਕਰ ਰਹੇ ਹਾਂ, MSP ਦਾ। ਇਹ ਤਾਂ ਹੋ ਗਈ ਕਾਨੂੰਨਾਂ ਦੀ ਗੱਲ। ਫਿਰ ਲੇਕਿਨ ਮੰਤਰੀ ਨੇ ਬਹੁਤ ਜ਼ੋਰ ਦੇ ਕੇ ਕਿਹਾ ਵੀ ਅੰਦੋਲਨ ਦੇ ਵੱਖ-ਵੱਖ ਪਹਿਲੂ ਉਹ ਕੀ ਨੇ? ਕਿਧਰੇ ਇਹ ਤਾਂ ਨਹੀਂ ਕਿ ਅੰਦੋਲਨ ਦੇ ਉਹ ਵੱਖ-ਵੱਖ ਪਹਿਲੂਆਂ ਤੋਂ ਉਹਨਾਂ ਦਾ ਭਾਵ ਜਿਹੜਾ ਹੈਗਾ ਉਹ ਇਹ ਹੈ ਕਿ ਅੰਦੋਲਨ ਦੀ ਫੰਡਿੰਗ ਕਿੱਥੋਂ ਹੋਈ ਹੈ, ਅੰਦੋਲਨ ਨੂੰ ਕਿਹਨੇ ਸਪੋਰਟ ਕੀਤੀ ਹੈ, ਅੰਦੋਲਨ ਕਿਹਦੇ ਇਸ਼ਾਰੇ ਤੇ ਚੱਲ ਰਿਹਾ ਹੈ। ਜਿਹੜੀਆਂ ਇਹ ਸਰਕਾਰ ਪ੍ਰਚਾਰ ਹੁਣ ਤੱਕ ਕਰਦੀ ਰਹੀ ਹੈ, ਕਿਤੇ ਇਸੇ ਪ੍ਰਚਾਰ ਨੂੰ ਉਹ ਵੱਖ-ਵੱਖ ਪਹਿਲੂ ਦੇ ਨਾਂ ਦੇ ਉੱਤੇ ਤਾਂ ਨਹੀਂ ਕਵਰ ਕਰ ਰਹੇ? ਇਹ ਸਵਾਲ ਮੈਨੂੰ ਲੱਗਦਾ ਹੈ ਸਪਸ਼ਟ ਕਰ ਲੈਣੇ ਚਾਹੀਦੇ ਨੇ ਕਿਸੇ ਵੀ ਐਸੀ ਗੱਲਬਾਤ ਦੇ ਉੱਤੇ ਆਪਣੀ ਰਾਏ ਕਾਇਮ ਕਰਨ ਤੋਂ ਪਹਿਲਾਂ। ਅਗਲੀ ਜਿਹੜੀ ਮੈਨੂੰ ਲੱਗਦਾ ਇਸੇ ਵਿਸ਼ੇ ਦੇ ਉੱਤੇ ਗੱਲ ਹੋਣੀ ਚਾਹੀਦੀ, ਸਰਕਾਰ ਨੂੰ ਸਮਾਂ ਕਿਉਂ ਚਾਹੀਦਾ ਹੈ 1.5 ਸਾਲ ਦਾ? ਇਹ ਵੀ ਸਾਨੂੰ ਸੋਚਣ ਦਾ ਟਾਈਮ ਹੈ। ਸਾਨੂੰ ਵੀ ਸਮਾਂ ਮਿਲੇਗਾ, ਸਰਕਾਰ ਨੂੰ ਵੀ ਮਿਲੇਗਾ। ਅਸੀਂ ਇੱਥੋਂ ਘਰ ਚੱਲ ਜਾਾਂਗੇ, ਆਪਣੇ ਆਪਣੇ ਕੰਮ ਲੱਗ ਜਾਾਂਗੇ, ਸਰਕਾਰ ਜਿਹੜੀ ਹੈ ਉਹਦੇ ਗਲੋਂ ਇੱਕ ਅੰਦੋਲਨ ਜਿਹੜਾ ਹੈਗਾ ਉਹ ਲੈ ਜਾਊਗਾ। ਇੱਕ ਦਿੱਲੀ ਦੇ ਸਰਹੱਦ ਤੇ ਬੈਠੇ ਲੋਕ ਖਾਲੀ ਕਰ ਦੇਣਗੇ ਸਰਹੱਦ ਨੂੰ। ਜੇ ਸਰਕਾਰ ਇਹ ਸੋਚਦੀ ਹੈ ਤਾਂ ਸਰਕਾਰ ਨੂੰ ਇਹ ਸਮਾਂ ਚਾਹੀਦਾ ਕਾਹਦੇ ਵਾਸਤੇ ਹੈ? ਉਹ ਕਹਿੰਦੇ ਸਮਾਂ ਲੱਗਦਾ। ਸਮਾਂ ਕੀ ਸਿਰਫ ਇਸ ਗੱਲ ਲਈ ਲੱਗਦਾ ਕਿ ਕਾਨੂੰਨ ਕਿਵੇਂ ਰੱਦ ਕੀਤੇ ਜਾਣ? ਐਸਾ ਤਾਂ ਨਹੀਂ ਕਹਿ ਰਹੇ ਉਹ ਕਹਿ ਰਹੇ ਕਿ ਕਾਨੂੰਨ ਦੇ ਉੱਤੇ ਵਿਚਾਰਾਂ ਕਰਨ ਲਈ ਸਮਾਂ ਲੱਗਦਾ, ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕਰਨ ਲਈ ਸਮਾਂ ਲੱਗਦਾ। ਸੋ ਇਹਦਾ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਸ਼ਾਇਦ ਸਰਕਾਰ ਜਿਹੜੀ ਹੈ ਇਸ ਵੱਡੇ ਪੱਧਰ ਦੇ ਅੰਦੋਲਨ ਵਾਸਤੇ ਪਹਿਲਾਂ ਤੋਂ ਤਿਆਰ ਨਹੀਂ ਸੀ, ਤੇ ਜਿੱਡਾ ਵੱਡਾ ਇਹ ਅੰਦੋਲਨ ਹੋ ਗਿਆ। ਕਿਉਂਕਿ ਅਦਰਵਾਈਜ਼ ਤਾਂ ਇਹ ਗੱਲਾਂ ਸਰਕਾਰ ਉਦੋਂ ਵੀ ਕਰ ਸਕਦੀ ਸੀ ਜਦੋਂ ਆਪਾਂ ਪੰਜਾਬ 'ਚ ਬੈਠੇ ਸੀ, ਉਦੋਂ ਵੀ ਕਾਨੂੰਨ ਨੂੰ ਸਸਪੈਂਡ ਕਰਕੇ ਸਾਡੇ ਨਾਲ ਗੱਲਬਾਤ ਪੂਰੀ ਹੀ ਜਾ ਸਕਦੀ ਸੀ। ਸੋ ਉਹ ਵਾਲੀ ਗੱਲ ਜਿਹੜੀ ਪੰਜਾਬ 'ਚ ਵੀ ਹੋ ਸਕਦੀ ਸੀ ਉਹ ਸਰਕਾਰ ਹੁਣ ਕਰ ਰਹੀ ਹੈ। ਇਹਦਾ ਮਤਲਬ ਸਰਕਾਰ ਨੂੰ ਇਸ ਅੰਦੋਲਨ ਦੀ ਤਾਕਤ ਦਾ ਪਹਿਲਾਂ ਅਹਿਸਾਸ ਨਹੀਂ ਸੀ, ਤਾਂ ਹੁਣ ਜੋ ਹੋਇਆ ਉਸ ਤੋਂ ਬਾਅਦ ਸਰਕਾਰ ਨੂੰ ਲੱਗਦਾ ਹੈ ਕਿ ਸਮਾਂ ਚਾਹੀਦਾ ਹੈ। ਸੋ ਸਰਕਾਰ ਨੂੰ ਸਮਾਂ ਚਾਹੀਦਾ ਹੈ ਕਿ ਇਸ ਅੰਦੋਲਨ ਦੇ ਵੱਖ-ਵੱਖ ਪਹਿਲੂ, ਮਤਲਬ ਕਿ ਇਸ ਅੰਦੋਲਨ ਦੇ ਹੱਕ 'ਚ ਕੌਣ ਨੇ ਤੇ ਖਿਲਾਫ ਕੌਣ ਨੇ। ਇਹਦਾ ਮਤਲਬ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਕਿ 250 ਜਥੇਬੰਦੀਆਂ ਦਾ ਕੋਈ ਉਹ ਸਰਕਾਰ ਨੂੰ ਮਿਲ ਕੇ ਗਿਆ ਕਿ ਉਹ ਕਾਨੂੰਨਾਂ ਦੇ ਹੱਕ 'ਚ ਨੇ। ਤੇ ਮੈਂ ਪਿਛਲੇ ਦਿਨੀ ਲਿਸਟ ਚੈੱਕ ਕਰ ਰਿਹਾ ਸੀ, ਉਹਦੇ 'ਚ ਜ਼ਿਆਦਾਤਰ ਫੂਡ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਨੇ, FPO ਨੇ, ਕਰਨਾਟਕਾ ਤੋਂ ਆਏ ਹੋਏ ਸੀ, UP ਤੋਂ ਸੀ ਕੁਛ। ਸੋ ਉਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਵਰਗੀਆਂ ਹੋਰ ਸੰਸਥਾਵਾਂ, ਹੋਰ ਯੂਨੀਅਨਾਂ, ਹੋਰ ਕਿਸਾਨੀ ਦੇ ਹਿੱਸੇ ਜਿਹੜੇ ਨੇ ਜਿਨ੍ਹਾਂ ਨੂੰ ਸਰਕਾਰ ਸ਼ਾਇਦ ਇਸ ਕਾਨੂੰਨ ਦੇ ਹੱਕ ਦੇ ਵਿੱਚ ਮੋਬਿਲਾਈਜ਼ ਕਰ ਸਕਦੀ ਹੋਵੇ, ਸ਼ਾਇਦ ਸਰਕਾਰ ਨੂੰ ਉਹਨਾਂ ਨੂੰ ਮੋਬਿਲਾਈਜੇਸ਼ਨ ਕਰਨ ਵਾਸਤੇ ਵੀ ਸਮਾਂ ਚਾਹੀਦਾ ਹੋਏਗਾ। ਸੋ ਇਹਦਾ ਮਤਲਬ ਸਰਕਾਰ ਨੂੰ ਸਮਾਂ ਕਈ ਕੰਮਾਂ ਲਈ ਚਾਹੀਦਾ ਹੈ। ਦੂਜੇ ਪਾਸੇ ਸਾਨੂੰ ਵੀ ਸੋਚਣਾ ਚਾਹੀਦਾ ਹੈ ਸਾਨੂੰ ਕਾਹਦੇ ਵਾਸਤੇ ਸਮਾਂ ਚਾਹੀਦਾ ਹੈ। ਸਾਡਾ ਅੰਦੋਲਨ ਇਸ ਵੇਲੇ ਲਾਮਿਸਾਲ ਤਾਕਤ ਦੇ ਨਾਲ, ਲਾਮਿਸਾਲ ਏਕੇ ਦੇ ਨਾਲ ਚੱਲ ਰਿਹਾ ਹੈ। ਸਾਡਾ ਅੰਦੋਲਨ ਹਾਲ ਦੀ ਘੜੀ ਲਗਾਤਾਰ ਫੈਲ ਰਿਹਾ ਹੈ। ਸਾਡੇ ਅੰਦੋਲਨ ਨੂੰ ਹਾਲ ਦੀ ਘੜੀ ਸਪੋਰਟ ਜਿਹੜੀ ਮਿਲ ਰਹੀ ਹੈ ਉਹ ਲਗਾਤਾਰ ਵੱਧ ਰਹੀ ਹੈ। ਸੋ ਸਾਡਾ ਅੰਦੋਲਨ ਹਾਲੇ ਵਾਧੇ ਤੇ ਹੈ। ਕੀ ਸਾਨੂੰ ਵੀ ਸਮਾਂ ਚਾਹੀਦਾ ਹੈ? ਇਹ ਨੁਕਤਾ ਵੀ ਮੈਨੂੰ ਲੱਗਦਾ ਵਿਚਾਰ ਲੈਣਾ ਚਾਹੀਦਾ ਹੈ। ਸੋ ਇਹ ਵਿਚਾਰਨਯੋਗ ਨੁਕਤਾ ਹੈ ਕਿ ਸਰਕਾਰ ਨੂੰ ਸਮਾਂ ਕਾਹਦੇ ਵਾਸਤੇ ਚਾਹੀਦਾ ਹੈ ਤੇ ਸਾਨੂੰ ਸਮਾਂ ਕਾਹਦੇ ਵਾਸਤੇ ਚਾਹੀਦਾ ਹੈ। ਸੋ ਇਹ ਦੋਨੋਂ ਚੀਜ਼ਾਂ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਨੂੰ ਆਪਣੇ ਸਹੀ ਨਤੀਜੇ ਤੇ ਪਹੁੰਚਣ ਲਈ ਮਦਦ ਸ਼ਾਇਦ ਕਰੇਗਾ। ਇੱਕ ਜਿਹੜਾ ਨੁਕਤਾ ਸਾਡੇ ਦਿਮਾਗ 'ਚ ਆਉਂਦਾ ਹੈ ਉਹ ਇਹ ਕਿ ਸਰਕਾਰ ਐਡਾ ਵੱਡਾ ਫੈਸਲਾ ਲੈਣ ਤੋਂ ਬਾਅਦ ਤੁਰੰਤ ਸਾਡੇ ਨਾਲ ਮੁੱਕਰ ਨਹੀਂ ਸਕਦੀ। ਇੱਕ ਤਾਂ ਇਹ ਵਿਚਾਰ ਕਈ ਲੋਕਾਂ ਨੇ ਮੈਨੂੰ ਦਿੱਤਾ। ਇੱਕ ਵਿਚਾਰ ਇਹ ਵੀ ਆਇਆ ਕਿ ਜੇ ਸਰਕਾਰ ਸਾਡੇ ਨਾਲ ਕਾਨੂੰਨ ਰੱਦ ਵੀ ਕਰ ਦੇਵੇ, ਕਾਨੂੰਨ ਤਾਂ ਉਹ ਦੁਬਾਰਾ ਵੀ ਬਣਾ ਸਕਦੀ ਹੈ। ਸੋ ਇਹ ਦੋਨੋਂ ਚੀਜ਼ਾਂ ਵੀ ਧਿਆਨ ਮੰਗਦੀਆਂ ਨੇ। ਇਹ ਸਵਾਲ ਵੀ ਆਏ ਨੇ ਸਾਥੀਆਂ ਦੇ। ਸੋ ਇਹਦੇ ਬਾਰੇ ਵੀ ਸਾਨੂੰ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿੱਡਾ ਵੱਡਾ ਅੰਦੋਲਨ ਇਹ ਹੈ ਉਸ ਨੂੰ ਜੇ ਆਪਾਂ ਕਹੀਏ ਕਿ ਇਹ ਅੰਦੋਲਨ ਸ਼ੁਰੂ ਕਿੱਥੋਂ ਹੋਇਆ, ਇਹ ਕਿਸੇ ਘਟਨਾ ਤੋਂ ਹੋਇਆ। ਉਹ ਘਟਨਾ ਕੀ ਸੀ? ਕਾਨੂੰਨ ਬਣਨ ਦੀ ਘਟਨਾ। ਲੇਕਿਨ ਜੇ ਅਸੀਂ ਐਫੀਡੇਵਿਟਾਂ ਵਾਲੀ ਗੱਲ ਨੂੰ ਜਿਵੇਂ ਅਸੀਂ ਹੁਣੇ ਤੱਕ ਸਮਝ ਪਾਏ ਹਾਂ, ਜੇ ਉਸ ਤਰ੍ਹਾਂ ਸਮਝਦੇ ਹਾਂ, ਫਿਰ ਤਾਂ ਇਹ ਹੋਏਗਾ ਕਿ ਕਾਨੂੰਨ ਬਣਨ ਦੀ ਤਾਂ ਘਟਨਾ ਸੀ ਤੇ ਅਸੀਂ ਅੰਦੋਲਨ ਕਰ ਲਿਆ। ਲੇਕਿਨ ਜਦੋਂ ਕਾਨੂੰਨ ਸਸਪੈਂਡ ਹੋਣ ਤੋਂ ਬਾਅਦ ਦੁਬਾਰਾ ਲਾਗੂ ਹੋਣੇ ਨੇ, ਯਾਨੀ ਜਿਹੜੀ ਵੀ ਤਰੀਕ ਨੂੰ ਉਹ ਸਸਪੈਂਸ਼ਨ ਦਾ ਟਾਈਮ ਖਤਮ ਹੋਣਾ, ਪੀਰੀਅਡ ਖਤਮ ਹੋਣਾ, ਉਸ ਤਰੀਕ ਤੋਂ ਬਾਅਦ ਕੋਈ ਘਟਨਾ ਨਹੀਂ ਹੋਣੀ ਕਾਨੂੰਨ ਲਾਗੂ ਹੋਣ ਦੀ। ਸੋ ਬਿਨਾਂ ਘਟਨਾ ਤੋਂ ਕੀ ਅਸੀਂ ਕੋਈ ਅੰਦੋਲਨ ਉਦੋਂ ਖੜਾ ਕਰ ਸਕਾਂਗੇ? ਜੇ ਐਸਾ ਕਦੀ ਹੁੰਦਾ ਤਾਂ ਇਹ ਵੀ ਵਿਚਾਰ ਜਿਹੜਾ ਹੈਗਾ ਮੈਨੂੰ ਲੱਗਦਾ ਸਾਡੇ ਦਿਮਾਗਾਂ ਦੇ ਵਿੱਚ
ਰਹਿਣਾ ਚਾਹੀਦਾ ਕਿਸੇ ਵੀ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ। ਸੋ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਸਾਰੇ ਇਸ ਅੰਦੋਲਨ ਨਾਲ ਜੁੜੇ ਤੇ ਹੋਰ ਪਹਿਲੂ ਨੇ। ਇੱਕ ਸਵਾਲ ਇਹ ਵੀ ਉਠਾਇਆ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਸਿਰਫ 26 ਜਨਵਰੀ ਦੇ ਸਾਡੇ ਐਜੀਟੇਸ਼ਨ ਨੂੰ ਡਰ ਕੇ ਉਸ ਦੇ ਦਬਾਅ ਹੇਠ ਕਹਿ ਰਹੀ ਹੈ ਕਿ ਉਸ ਤੋਂ ਪਹਿਲਾਂ ਸਮਝੌਤਾ ਹੋਵੇ, ਤੇ ਜੇ 26 ਜਨਵਰੀ ਲੰਘ ਗਈ ਤਾਂ ਉਸ ਤੋਂ ਬਾਅਦ ਇਹ ਸਮਝੌਤਾ ਨਹੀਂ ਹੋਣਾ। ਇਹਦੇ ਬਾਰੇ ਵੀ ਵਿਚਾਰ ਕਰ ਲੈਣਾ ਚਾਹੀਦਾ ਕਿ ਕੀ ਸਿਰਫ 26 ਜਨਵਰੀ ਦਾ ਐਕਸ਼ਨ ਹੀ ਉਹ ਨਿਰਣਾਇਕ ਐਕਸ਼ਨ ਹੈ, ਜਾਂ ਸਾਡਾ ਲਗਾਤਾਰ ਇੰਨੇ ਦਿਨ ਤੋਂ ਇੱਥੇ ਬੈਠੇ ਰਹਿਣਾ, ਸਾਡੀ ਗਿਣਤੀ ਦਾ ਲਗਾਤਾਰ ਵੱਧਦੇ ਚਲੇ ਜਾਣਾ, ਸਾਡੇ ਕੋਲ ਸਪੋਰਟ ਦੇ ਦਾਇਰੇ ਦਾ ਲਗਾਤਾਰ ਵੱਧਦੇ ਚਲੇ ਜਾਣਾ, ਸਟੇਟਾਂ ਨਵੀਆਂ ਜੁੜ ਜਾਣੀਆਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਵਾਂ ਏਰੀਆ ਦੇ ਜਾਂ ਉਹ ਸਾਰਾ ਆਪਣੇ ਆਪ 'ਚ ਕੋਈ ਪ੍ਰੈਸ਼ਰ ਹੈ, ਜਾਂ ਉਹਨਾਂ ਦੇ ਮੁਕਾਬਲੇ 26 ਜਨਵਰੀ ਦੇ ਇੱਕ ਦਿਨ ਦਾ ਜਿਹੜਾ ਪ੍ਰੈਸ਼ਰ ਹੈ ਉਹ ਹੀ ਜ਼ਿਆਦਾ ਵੱਡਾ ਹੈ। ਇਹ ਦੋਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਫੈਸਲਾ ਹੈ ਇਹ ਵੀ ਸਾਨੂੰ ਬੜੇ ਵਸਤੂਗਤ ਆਧਾਰ 'ਤੇ ਕਰਨਾ ਚਾਹੀਦਾ, ਮਨੋਗਤ ਆਧਾਰ 'ਤੇ ਨਹੀਂ। ਮਨੋਗਤ ਤੋਂ ਭਾਵ ਮਤਲਬ ਸਾਡੇ ਅੰਦਾਜ਼ੇ ਮੁਤਾਬਕ ਨਹੀਂ, ਸਗੋਂ ਜਨਤਾ ਦੇ ਵਿੱਚ ਦੇਖ ਕੇ ਠੋਸ ਨਿਰਣਾ ਜਿਹੜਾ ਹੈਗਾ, ਜਨਤਾ ਦੀ ਗਿਣਤੀ ਦਾ ਅੰਦਾਜ਼ਾ, ਕਿੰਨੇ ਦਿਨ ਤੋਂ ਕਿੰਨੇ ਲੋਕ ਬੈਠੇ ਨੇ, ਉਹ ਸਭ ਚੀਜ਼ਾਂ ਦਾ ਅੰਦਾਜ਼ਾ ਜਿਹੜਾ ਹੈ ਇਹ ਲਗਾ ਕੇ ਹੀ ਸਾਨੂੰ ਇਸ ਵਿਸ਼ੇ ਦੇ ਉੱਤੇ ਪਹੁੰਚਣਾ ਚਾਹੀਦਾ ਹੈ। ਸੋ ਮੈਂ ਕਿਸੇ ਨਿਰਣੇ 'ਤੇ ਨਾ ਪਹੁੰਚ ਕੇ ਸਿਰਫ ਸਵਾਲ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ। ਜੇ ਅਸੀਂ ਦੂਜੀ ਗੱਲ ਵੀ ਕਰ ਲਈਏ, ਕਿਉਂਕਿ ਹੁਣ ਤੱਕ ਮੇਰੇ ਸਵਾਲਾਂ ਤੋਂ ਬਹੁਤਿਆਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਇਸ ਸਵਾਲਾਂ ਦੇ ਰਾਹੀਂ ਹੀ ਲੀਡਿੰਗ ਕੁਐਸਚਨਸ ਨੇ ਲੀਡ ਕਰਕੇ ਇੱਥੇ ਪਹੁੰਚਾ ਰਹੇ ਹਾਂ ਕਿ ਆਪਾਂ ਇਸ ਨਤੀਜੇ 'ਤੇ ਪਹੁੰਚੀਏ ਕਿ ਅਸੀਂ ਤਾਂ ਅੰਦੋਲਨ ਜਿਹੜਾ ਹੈਗਾ ਇਹ ਕਾਨੂੰਨ ਰੱਦ ਕਰਨ ਦਾ ਹੀ ਲੜਾਂਗੇ। ਉਸ ਸੂਰਤ ਦੇ ਵਿੱਚ ਵੀ ਸਵਾਲ ਹੈ ਨੇ। ਜੇ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਅੰਦੋਲਨ ਰੱਦ ਕਰਨ ਦਾ ਹੀ ਲੜਾਂਗੇ, ਫਿਰ ਸਾਨੂੰ ਲੰਬੇ ਤੇ ਲਗਾਤਾਰ ਫੈਲਦੇ ਹੋਏ ਅੰਦੋਲਨ ਦੀ ਤਿਆਰੀ ਵੀ ਕਰਨੀ ਪਏਗੀ। ਇਹ ਵੀ ਸਾਨੂੰ ਆਪਣੇ ਮਨਾਂ ਦੇ ਅੰਦਰ ਝਾਤੀ ਮਾਰਨੀ ਪਏਗੀ ਕਿ ਵਾਕਈ ਸਾਡੇ ਸਾਰੇ ਹਿੱਸੇ, ਅਸੀਂ ਸਾਰੇ ਲੋਕ, ਸਾਡੇ ਪਿੰਡ, ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੇ ਨੌਜਵਾਨ ਉਸ ਵਾਕਈ ਹਲੇ ਹੋਰ ਲੰਬਾ, ਹੋਰ ਜ਼ਿਆਦਾ ਲੰਬਾ ਅੰਦੋਲਨ ਲੜਨ ਲਈ ਸੱਚਮੁੱਚ ਤਿਆਰ। ਸਿਰਫ ਸਟੇਜਾਂ ਦੇ ਦਾਅਵੇ ਨਹੀਂ, ਕਿ ਅਸੀਂ ਸੱਚਮੁੱਚ ਉਹ ਤਿਆਰੀ, ਉਹਦੇ 'ਤੇ ਕਿੰਨਾ ਸਾਡਾ ਉੱਥੋਂ ਆਉਣ ਜਾਣ, ਲਗਾਤਾਰ ਕਿੰਨੇ ਲੋਕ ਵਾਰੀ ਨਾਲ ਇੱਥੇ ਰਹਿਣਗੇ, ਕਿੰਨੇ ਪਿੰਡਾਂ ਦਾ ਕੰਮ ਸਾਂਭਣਗੇ, ਉਹ ਸਾਰੀ ਚੀਜ਼ਾਂ ਦੇ ਉੱਤੇ ਨਿਗਾਹ ਮਾਰ ਕੇ ਜ਼ਰੂਰ ਸਾਨੂੰ ਫੈਸਲਾ ਫਿਰ ਉਸ ਐਂਗਲ ਤੋਂ ਵੀ ਲੈਣਾ ਚਾਹੀਦਾ ਹੈ। ਸੋ ਸਾਰੇ ਨੁਕਤਿਆਂ ਨੂੰ ਮੈਂ ਖੁੱਲ੍ਹਾ ਛੱਡਦਾ ਹੋਇਆ, ਆਪਣੀ ਰਾਏ ਜਿਹੜੀ ਹੈਗੀ ਕਿਸੇ ਇੱਕ ਰਾਏ ਦੇ ਉੱਤੇ ਨਾ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੋਇਆ, ਇਸ ਗੱਲ ਦੇ ਉੱਤੇ ਫਿਰ ਤੋਂ ਕਾਇਮ ਆ ਕਿ ਸਾਡੀ ਆਗੂਆਂ ਨੇ ਸਪਸ਼ਟ ਕਿਹਾ ਉਹਨਾਂ ਨੂੰ ਕਿ ਅਸੀਂ ਹਲੇ ਤੁਹਾਡੀਆਂ ਕੋਈ ਗੱਲਾਂ ਮੰਨੀਆਂ ਨਹੀਂ, ਅਸੀਂ ਲਾਅ ਜਿਹੜੇ ਨੇ ਰੱਦ ਕਰਾਉਣ ਦੇ ਉੱਤੇ ਹੀ ਖੜੇ ਹਾਂ, ਪਰ ਕਿਉਂਕਿ ਤੁਸੀਂ ਕੁਝ ਪ੍ਰਪੋਜ਼ਲ ਸਾਨੂੰ ਦਿੱਤੇ ਨੇ ਤਾਂ ਲਾਜ਼ਮੀ ਹੈ ਅਸੀਂ ਪ੍ਰਪੋਜ਼ਲ ਆਪਣੀ ਲੋਕਾਈ ਦੇ ਨਾਲ ਸਾਂਝੇ ਕਰਾਂਗੇ, ਗੰਭੀਰਤਾ ਨਾਲ ਉਹਨਾਂ 'ਤੇ ਵਿਚਾਰ ਕਰਾਂਗੇ ਤੇ ਕਿਸੇ ਠੋਸ ਤੇ ਨਿਰਣਾਇਕ ਫੈਸਲੇ ਦੇ ਉੱਤੇ ਪਹੁੰਚ ਕੇ ਜ਼ਰੂਰ ਤੁਹਾਡੇ ਕੋਲ ਆਵਾਂਗੇ। ਸੋ ਇਸ ਨੁਕਤੇ ਨੇ ਜਿਹੜੇ ਲੀਡਰ ਵੀ ਵਿਚਾਰਨਗੇ ਤੇ ਮੈਂ ਸਮਝਦਾ ਲੋਕਾਂ ਨੂੰ ਵੀ, ਟਰਾਲੀਆਂ ਦੇ ਵਿੱਚ ਬੈਠੇ ਲੋਕਾਂ ਨੂੰ, ਅਖਬਾਰ ਪੜ੍ਹਦਿਆਂ ਨੂੰ, ਸਵੇਰੇ ਚਾਹ ਪੀਂਦਿਆਂ ਨੂੰ, ਨਾਸ਼ਤਾ ਕਰਦਿਆਂ ਨੂੰ, ਰੋਟੀ ਖਾਂਦਿਆਂ ਨੂੰ ਲਗਾਤਾਰ ਇਹ ਸਾਰੇ ਨੁਕਤਿਆਂ ਦੇ ਉੱਤੇ ਚਰਚਾਵਾਂ ਕਰਨੀਆਂ ਚਾਹੀਦੀਆਂ ਨੇ ਤੇ ਆਪਣੇ ਆਗੂਆਂ ਨੂੰ ਆਪਣੇ ਵਿਚਾਰਾਂ ਤੋਂ ਅਵਗਤ ਕਰਾਉਂਦੇ ਰਹਿਣਾ ਚਾਹੀਏ, ਤਾਂ ਕਿ ਜੋ ਵੀ ਅਸੀਂ ਫੈਸਲਾ ਲਈਏ ਅਸੀਂ ਸਾਰੇ ਇਕਜੁੱਟ ਹੋ ਕੇ ਜਿਵੇਂ ਅੱਜ ਤੱਕ ਲੜ ਰਹੇ ਹਾਂ ਉਸੇ ਇਕਜੁੱਟਤਾ ਦੇ ਨਾਲ ਇਹ ਫੈਸਲਾ ਲੈ ਕੇ ਅੱਗੇ ਵਧੀਏ। ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਇਨਕਲਾਬ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ